ਜਿਹੜਾ ਵਰਲਡ ਬੈਂਕ ਦਾ ਮਾਡਲ ਸੀ ਉਹਨੂੰ ਬਹੁਤ ਇੰਟੈਂਸਿਟੀ ਨਾਲ ਉਹਨਾਂ ਨੇ ਲਾਗੂ ਕਰ ਲਿਆ ਉਹਨਾਂ ਮੁਲਕਾਂ 'ਚ। ਤਾਂ ਕਿਸਾਨੀ ਬਿੱਲ ਵੀ ਉਸੇ ਵਰਲਡ ਬੈਂਕ ਦੇ ਏਜੰਡੇ 'ਚੋਂ ਨਿਕਲੇ ਨੇ ਤੇ ਮਨਮੋਹਨ ਸਿੰਘ ਦੀ ਇਕਨੋਮੀ ਵੀ ਉਸ ਏਜੰਡੇ 'ਚੋਂ ਨਿਕਲੀ ਹੈ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵੀ ਉਸੇ ਏਜੰਡੇ 'ਚੋਂ ਨਿਕਲੀ ਹੋਈ ਹੈ। ਸਮਾਜ ਅੱਜ ਬਹੁਤ ਗਹਿਰੇ ਸੰਕਟ 'ਚ ਆ, ਸਮਾਜਿਕ ਤੌਰ ਤੇ ਵੀ, ਸੱਭਿਆਚਾਰਕ ਤੌਰ ਤੇ ਵੀ, ਰਾਜਨੀਤਿਕ ਤੌਰ ਦੇ ਉੱਤੇ ਵੀ, ਆਰਥਿਕ ਤੌਰ ਦੇ ਉੱਤੇ ਵੀ। ਕੀ ਲੱਗਦਾ ਖੇਤੀ ਬਿੱਲਾਂ ਤੋਂ ਲੈ ਕੇ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਤੱਕ ਜਿਹੜੀਆਂ ਵਰਲਡ ਬੈਂਕ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨ ਦਾ ਇਹ ਆਖਰੀ ਪੜਾਅ ਆ? ਲੱਗਦਾ ਤਾਂ ਇਹੀ ਆ। ਤੁਸੀਂ ਦੇਖੋ ਜਿਹੜੀਆਂ ਥਰਡ ਵਰਲਡ ਕੰਟਰੀਜ਼ ਨੇਗੀਆਂ, ਪਹਿਲਾਂ ਉਹਨਾਂ ਨੇ ਬਾਕੀ ਮੁਲਕਾਂ ਯੂਰਪ 'ਚ ਦੇਖ ਲਓ, ਪੱਛਮ 'ਚ ਦੇਖ ਲਓ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਮਰਜ਼ੀ ਦੇਖ ਲਓ, ਉਹਨਾਂ ਨੇ ਬੰਦੇ ਨੂੰ ਇੱਕ ਮਸ਼ੀਨ ਬਣਾਤਾ। ਬੰਦਾ ਮਸ਼ੀਨ ਬਣ ਗਿਆ, ਕ੍ਰੀਏਟਿਵ ਮਾਈਂਡ ਨਾ ਰਹੇ ਉਹ, ਬਸ ਘਰ ਤੋਂ ਕੰਮ ਤੇ ਕੰਮ ਤੋਂ ਘਰ। ਉਦੋਂ ਬਾਅਦ ਉਹ ਕ੍ਰੀਏਟਿਵ ਮਾਈਂਡ ਕੀ ਹੈਗਾ? ਹਰ ਬੰਦਾ ਤਾਂ ਕ੍ਰੀਏਟਿਵ ਫੀਲਡ 'ਚ ਨਹੀਂ ਹੋ ਸਕਦਾਗਾ। ਹੁਣ ਉਹ ਤੀਜੀ ਦੁਨੀਆ ਤੇ ਆਏ ਹੋਏ ਨੇ। ਤੀਜੀ ਦੁਨੀਆ ਦੇ ਅੰਦਰ, ਤੀਜੀ ਦੁਨੀਆ ਦੇ ਜਿਹੜੇ ਮੁਲਕ ਨੇ, ਇਹਨਾਂ ਦੇ ਅੰਦਰ ਇਕਨੋਮੀ ਉਹਨਾਂ ਦੇ ਹਿਸਾਬ ਨਾਲ ਨਹੀਂ ਆ। ਇਹਨਾਂ ਮੁਲਕਾਂ ਦੇ ਅੰਦਰ ਉਸ ਹਿਸਾਬ ਦੇ ਨਾਲ ਢਾਂਚਾ ਨਹੀਂ ਆ। ਇਹਨਾਂ ਮੁਲਕਾਂ ਦੇ ਅੰਦਰ ਇਕਨੋਮੀ ਇਨਫਾਰਮਲ ਆ। ਲੋਕ ਫੜ ਕੇ ਪੈਸੇ ਇੱਥੋਂ ਫੜਦੇ, ਉੱਥੇ ਦੇ ਦਿੰਦੇ, ਉੱਥੋਂ। ਉਹ ਕਹਿੰਦੇ ਨਹੀਂ, ਜੇ ਕੋਈ 10 ਰੁਪਏ ਵੀ ਕਿਤੇ ਜਾ ਰਿਹਾ, ਡਿਜੀਟਲ ਇਕਨੋਮੀ। ਸ਼ਬਦ ਡਿਜੀਟਲ ਵਰਤਿਆ, ਹੁੰਦਾ ਡਿਜੀਟਲ ਕੁਛ ਨਹੀਂ। ਕਿਸੇ ਗਰੀਬ ਦੀ ਜ਼ਿੰਦਗੀ ਵੀ ਡਿਜੀਟਲ ਕਰ ਦਿਓ, ਗਰੀਬ ਦੀ ਜ਼ਿੰਦਗੀ ਡਿਜੀਟਲ ਨਹੀਂ ਹੋਊਗੀ। ਗਰੀਬ ਦੀ ਜ਼ਿੰਦਗੀ ਇਸ ਕਰਕੇ ਡਿਜੀਟਲ ਹੋਊ ਵੀ ਉਹਨੂੰ ਉਹਦਾ ਨਿਚੋੜਨਾ ਕਿਵੇਂ ਹੈਗਾ, ਉਹਦੇ 10 ਰੁਪਇਆਂ 'ਚੋਂ ਵੀ 5 ਕਿਵੇਂ ਨਿਚੋੜਨੇ ਹੈਗੇ। ਤਾਂ ਇਸ ਕਰਕੇ ਇਹ ਤੀਜੀ ਦੁਨੀਆ ਦੇ ਅੰਦਰ ਹੁਣ ਤੁਸੀਂ ਬਾਕੀ ਮੁਲਕਾਂ 'ਚ ਵੀ ਦੇਖੋਗੇ, ਜਿਹੜਾ ਵਰਲਡ ਬੈਂਕ ਦਾ ਮਾਡਲ ਸੀ ਉਹਨੂੰ ਬਹੁਤ ਇੰਟੈਂਸਿਟੀ ਨਾਲ ਉਹਨਾਂ ਨੇ ਲਾਗੂ ਕਰ ਲਿਆ ਉਹਨਾਂ ਮੁਲਕਾਂ 'ਚ। ਤਾਂ ਰਹਿ ਗਿਆ ਇੱਥੇ ਤੀਜੀ ਦੁਨੀਆ। ਇਹਨਾਂ ਮੁਲਕਾਂ ਦੇ ਅੰਦਰ ਉਹ ਉਸੇ ਤਰੀਕੇ ਨਾਲ ਆ ਰਹੇ ਨੇ। ਕਿਸਾਨੀ ਬਿੱਲ ਵੀ ਉਹਨਾਂ ਦੀ ਰਿਫਲੈਕਸ਼ਨ ਨੇ। ਕਿਸਾਨੀ ਬਿੱਲ ਵੀ ਉਸੇ ਵਰਲਡ ਬੈਂਕ ਦੇ ਏਜੰਡੇ 'ਚੋਂ ਨਿਕਲੇ ਨੇ ਤੇ ਮਨਮੋਹਨ ਸਿੰਘ ਦੀ ਇਕਨੋਮੀ ਵੀ ਉਸ ਏਜੰਡੇ 'ਚੋਂ ਨਿਕਲੀ ਹੈ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵੀ ਉਸੇ ਏਜੰਡੇ 'ਚੋਂ ਨਿਕਲੀ ਹੋਈ ਹੈ। ਜਿਹੜਾ ਏਜੰਡਾ ਚਾਹੁੰਦਾ ਕਿ ਰਿਫਾਰਮ, ਜਿਹਨੂੰ ਇਹ ਰਿਫਾਰਮ ਕਹਿੰਦੇ ਨੇ। ਅਸੀਂ ਸਵਾਲ ਕਰਦੇ ਹਾਂ ਕਿ 1991 ਤੋਂ ਬਾਅਦ ਜਦੋਂ ਮਨਮੋਹਨ ਸਿੰਘ ਨੇ ਬਹੁਤ ਬਿਹਤਰ ਕਦਮ ਚੁੱਕਿਆ ਸੀ, ਜਿੰਨਾ ਮਰਜ਼ੀ ਕੋਈ ਉਹ ਆ ਜਾਏ, ਬੀਜੇਪੀ ਨੇ ਵੱਧ ਤੋਂ ਵੱਧ ਇਹ ਹੈ ਕਿ ਬਿਜ਼ਨਸਮੈਨ 2 ਖੜੇ ਕਰ ਲਏ, ਪਰ ਇਕਨੋਮੀ ਦਾ ਬੁਰਾ ਹਾਲ ਕਿਉਂ ਹੋ ਗਿਆ? ਇਹ ਸਵਾਲ ਆ। ਇਹ ਸਵਾਲ ਮਨਮੋਹਨ ਸਿੰਘ ਨੂੰ ਵੀ ਹੋਣਾ ਚਾਹੀਦਾ ਕਿ ਇਹਦਾ ਮਤਲਬ ਤੁਹਾਡਾ ਡਿਸੀਜ਼ਨ ਉਦੋਂ ਠੀਕ ਨਹੀਂ ਸੀ, ਤੁਹਾਡਾ ਡਿਸੀਜ਼ਨ ਵੀ ਪੀਪਲ ਸੈਂਟਰਿਕ ਨਹੀਂ ਸੀ। ਇਸ ਦੇਸ਼ ਦੀ ਜਿਹੜੀ ਨਬਜ਼ ਸੀ ਉਹਦੇ ਆਧਾਰਿਤ ਨਹੀਂ ਸੀਗਾ। ਇਸ ਦੇਸ਼ ਦੀ ਨਬਜ਼ ਇਹ ਨਹੀਂ ਮੰਗਦੀ ਸੀ ਜੋ ਇੱਕੋ ਦਮ ਹੋ ਗਿਆ। ਠੀਕ ਹੈ, ਇਕਨੋਮਿਕ ਸੰਕਟ ਸੀ ਉਦੋਂ, ਕੋਈ ਹੱਲ ਕੱਢਣਾ ਸੀਗਾ, ਉਹਦੇ ਬਹੁਤ ਸਾਰੇ ਤਰੀਕੇ ਕੱਢੇ ਜਾ ਸਕਦੇ ਸੀਗੇ, ਪਰ ਜਿਸ ਤਰੀਕੇ ਦੇ ਨਾਲ ਉਹ ਇਕਨੋਮਿਕ ਮਾਡਲ ਤੋਂ ਬਾਅਦ ਇਹ ਦੇਸ਼ ਦੇ ਅੰਦਰ ਅਮੀਰੀ ਗਰੀਬੀ ਦਾ ਪਾੜਾ ਵਧਿਆ, ਇਨਕੁਐਲਿਟੀ ਵਧੀ ਹੈ, ਔਰ ਸੋਸ਼ਲੀ ਸਮਾਜ ਜਿਵੇਂ ਟੁੱਟਿਆ ਹੈਗਾ, ਔਰ ਜਿਸ ਤਰੀਕੇ ਦੇ ਨਾਲ ਜਿੰਨਾ ਆਬਾਦੀ ਪਿੰਡਾਂ ਦੀ ਸ਼ਹਿਰਾਂ ਵੱਲ ਨੂੰ ਗਈ, ਕਿਉਂਕਿ ਸ਼ਹਿਰਾਂ 'ਚ ਮੌਕੇ ਸੀਗੇ ਰੁਜ਼ਗਾਰ ਦੇ, ਲੋਕ ਮੂਵ ਕਰ ਕਰਕੇ ਪਿੰਡਾਂ 'ਚੋਂ। ਕਿਉਂ? ਪਿੰਡਾਂ ਦੀ ਇਕਨੋਮੀ ਨੂੰ ਉਵੇਂ ਨਹੀਂ ਰੱਖਿਆ ਜਾ ਸਕਦਾ ਸੀ। ਅੱਜ ਕਿਹੜਾ ਬੰਦਾ ਜਿਹੜਾ ਪਿੰਡੋਂ ਆਇਆ ਹੋਇਆ ਜਿਹਨੂੰ ਲੱਗਦਾ ਮੈਂ ਪਿੰਡ ਨਹੀਂ ਰਹਿਣਾ, ਜਿਹਦੇ ਪਿੰਡ 'ਚ ਰੁਜ਼ਗਾਰ ਹੋਵੇ? ਪਿੰਡ 'ਚ ਇਸ ਕਰਕੇ ਉਹ ਨਹੀਂ ਰਹਿ ਰਿਹਾ ਕਿਉਂਕਿ ਪਿੰਡ 'ਚ ਰੁਜ਼ਗਾਰ ਨਹੀਂ ਹੈਗਾ, ਲੋਕਲ ਥਾਵਾਂ 'ਤੇ ਰੁਜ਼ਗਾਰ ਨਹੀਂ ਹੈਗੇ, ਉਹਨੂੰ ਆਪਣੀ ਥਾਂ ਛੱਡ ਕੇ ਦੂਜੀ ਥਾਂ 'ਤੇ ਜਾਣਾ ਪੈਂਦਾ। ਤਾਂ ਇਕਨੋਮਿਕ ਮਾਡਲ ਦੀ ਸਮੱਸਿਆ ਨਾ ਇਹ। ਤੁਹਾਡਾ ਇਕਨੋਮਿਕ ਮਾਡਲ ਨਹੀਂ ਸੀ, ਕਿਉਂਕਿ ਵਰਲਡ ਬੈਂਕ ਦਾ ਇਕਨੋਮਿਕ ਮਾਡਲ ਇਹ ਨਹੀਂ ਕਹਿੰਦਾ ਹੈਗਾ। ਇੰਟਰਨੈਸ਼ਨਲ ਮੋਨੀਟਰੀ ਫੰਡ ਆਪਣਾ ਫੰਡ ਇਸ ਕਰਕੇ ਨਹੀਂ ਦੇਗਾ ਕਿ ਕਿਸੇ ਪਿੰਡ 'ਚ ਵੀ ਇਕਨੋਮੀ ਡਿਵੈਲਪ ਕਰ ਦਿਓ। ਉਹ ਤਾਂ ਕਹੇਗਾ ਇੱਕ ਥਾਂ 'ਤੇ ਸੈਂਟਰਲ, ਇੱਕ ਥਾਂ 'ਤੇ ਲੇਬਰ ਹੋਵੇ, ਉਹ ਲੇਬਰ ਨੂੰ ਮੈਂ ਵਰਤਣਾ ਕਿਵੇਂ? ਵੱਡੀਆਂ ਵੱਡੀਆਂ ਫੈਕਟਰੀਆਂ, ਵੱਡਾ ਸਾਰਾ ਕੁਝ ਵੱਡਾ ਕਰ ਦਿਓ, ਛੋਟੇ ਸਾਰੇ ਖਤਮ ਕਰ ਦਿਓ। ਇਹੀ ਹੈ ਨਾ ਹੁਣ ਕਿਸਾਨੀ 'ਚ ਕੀ ਹੈ ਕਿ ਛੋਟਾ ਕਿਸਾਨ ਖਤਮ ਕਰੋ, 5-5 ਹਜ਼ਾਰ ਏਕੜ ਦੇ ਫਾਰਮ ਹਾਊਸ ਬਣਾਓ। ਇਸੇ ਤਰ੍ਹਾਂ ਹਰ ਛੋਟੀ ਚੀਜ਼ ਖਤਮ ਕਰੋ, ਵੱਡੀਆਂ ਚੀਜ਼ਾਂ ਦੇ ਅੰਦਰ ਇੱਕ ਲੇਬਰ ਬਣਾ, ਆਪਦੀ ਖੇਤ 'ਚ ਬੰਦਾ ਕਿਸਾਨ ਲੇਬਰ ਬਣ ਕੇ ਰਹਿ ਜੇ। ਇਸ ਕਰਕੇ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਮੈਨੂੰ ਲੱਗਦਾ ਬਹੁਤ ਹੀ ਖਤਰਨਾਕ ਨੇ। ਇਹਨਾਂ ਦੇ ਸਿੱਟੇ ਇਕੱਲੇ ਆਰਥਿਕ ਨਹੀਂ ਦੇਖਣੇ ਚਾਹੀਦੇ, ਸਮਾਜਿਕ ਤੌਰ ਦੇ ਉੱਤੇ, ਸੱਭਿਆਚਾਰਕ ਤੌਰ 'ਤੇ ਬਹੁਤ ਮਾੜੇ ਅਸਰ ਹੁੰਦੇ ਨੇ। ਕਈ ਵਾਰ ਜਦੋਂ ਮੁਲਕਾਂ ਦੇ ਅੰਦਰ ਬੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ, ਲੋਕਾਂ 'ਚ ਰੋਹ ਪੈਦਾ ਹੁੰਦੇ ਨੇ, ਲੋਕ ਬਾਗੀ ਹੋ ਜਾਂਦੇ ਨੇ, ਸਿਵਲ ਵਾਰਾਂ ਸ਼ੁਰੂ ਹੋ ਜਾਂਦੀਆਂ ਨੇ। ਉਹ ਕਿਤੇ ਐਂ ਨਹੀਂ ਹੁੰਦੀਆਂ, ਉਹ ਹਵਾ 'ਚੋਂ ਨਹੀਂ ਹੁੰਦੀਆਂ, ਉਹ ਬਹੁਤ ਸਾਰੇ ਸੰਕਟ ਦੇਖ ਰਹੀਆਂ ਹੁੰਦੀਆਂ ਨੇ। ਸਮਾਜ ਅੱਜ ਬਹੁਤ ਗਹਿਰੇ ਸੰਕਟ 'ਚ ਆ, ਸਮਾਜਿਕ ਤੌਰ 'ਤੇ ਵੀ, ਸੱਭਿਆਚਾਰਕ ਤੌਰ 'ਤੇ ਵੀ, ਰਾਜਨੀਤਿਕ ਤੌਰ ਦੇ ਉੱਤੇ ਵੀ, ਆਰਥਿਕ ਤੌਰ ਦੇ ਉੱਤੇ ਵੀ। ਇਹਨਾਂ 'ਚੋਂ ਫਿਰ ਕੁਝ ਅਜਿਹਾ ਨਿਕਲਦਾ ਜਿਹੜਾ ਸਰਕਾਰਾਂ ਤੋਂ ਸਮਝਦਾ ਨਹੀਂ ਹੈ। ਸਰਕਾਰਾਂ ਨੂੰ ਸੋਚਣ ਦੀ ਲੋੜ ਹੈ, ਲੀਡਰਾਂ ਨੂੰ ਸੋਚਣ ਦੀ ਲੋੜ ਹੈ ਕਿ ਲੋਕਾਂ ਦੇ ਪੱਖ ਤੋਂ ਸੋਚੋ, ਲੋਕਾਂ ਦੇ ਪੱਖ ਤੋਂ ਹੀ ਗੱਲ ਕਰੋ ਅਤੇ ਲੋਕਾਂ ਦੇ ਪੱਖ ਤੋਂ ਹੀ ਮਾਡਲ ਬਣਾਓ, ਔਰ ਲੋਕਾਂ ਨੂੰ ਉਹ 'ਚ ਇਨਵੋਲਵ ਕਰੋ ਕਿ ਕਿਸ ਤਰ੍ਹਾਂ ਦੇ ਮਾਡਲ ਹੋਣ, ਤਾਂ ਹੀ ਇੱਕ ਬਿਹਤਰ ਸਿਸਟਮ ਬਣ ਸਕਦਾ।